वृंदावन गार्डन एसोसिएशन दो गुटों में बटी। एक गुट 27 जून और दूसरा गुट 4 जुलाई को करवाएगा चुनाव। फतेहगढ़ चूड़िया रोड पर स्थित वृंदावन गार्डन एसोसिएशन दो गुटों में बटी है। हालात ये हैं कि एक गुट ने 27 जून और दूसरे गुट ने 4 जुलाई को चुनाव करवाने की तिथि घोषित की है। इस मामले को लेकर पब्लिक दिलासा की टीम ने ग्राउंड रियलिटी जानने के लिए वहां दौरा किया, जिसके बाद दोनों गुटों ने अपना अपना पक्ष रखा। अब जानिए क्या कहते हैं वृंदावन एसोसिएशन के दोनों गुटों के सदस्य। ਵਰਿੰਦਾਵਨ ਗਾਰਡਨ ਵੈਲਫੇਅਰ ਐਸੋਸੀਏਸ਼ਨ ਦੇ ਚੁਣਾਵ ਜਿਹੜੇ ਉਹ ਹੋ ਰਹੇ ਨੇ, ਲੇਕਿਨ ਉਸ ਚੁਣਾਵਾਂ ਦੇ ਵਿੱਚ ਦੋ ਗੁੱਟ ਨੇ। ਅੱਜ ਅਸੀਂ ਗੱਲ ਕਰਾਂਗੇ ਦੋਵਾਂ ਗੁੱਟਾਂ ਦੇ ਨਾਲ। ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਵਰਿੰਦਾਵਨ ਗਾਰਡਨ ਐਸੋਸੀਏਸ਼ਨ ਦੇ ਜਿਹੜੇ ਪਦਾਧਿਕਾਰੀ ਹੈ ਉਹਨਾਂ ਨਾਲ ਕਿ ਆਖਿਰ ਮਾਮਲਾ ਕੀ ਹੈ, ਦੋ ਗੁੱਟਾਂ 'ਚ ਇਹ ਕਿਉਂ ਵੰਡੀ ਗਈ ਹੈ ਔਰ ਚੁਣਾਵ ਦੀ ਜਿਹੜੀ ਡੇਟ ਹੈ ਅਲੱਗ-ਅਲੱਗ ਕਿਉਂ ਹੈ। ਗੌਤਮ ਜੀ, ਸਭ ਤੋਂ ਪਹਿਲੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਵਰਿੰਦਾਵਨ गार्डन एसोसीएशन के दो चुनाव तिथियां बाहर आई ने। एक तुहाडे वालों अनाउंस की गई है, एक दूसरे गुट इलीट कंपनी वालों की गई जी कि 4 जुलाई की है। पहले तो सानू माजरा दसो की है कि आखिर एक चुनाव इको ही एसोसीएशन के दो उहदे डेटा क्यों रखी गई है। सर गल है कि असीं लास्ट टाइम भी मैं मीटिंग कर चुका है, तुहानूं एक बयान दे चुका है, इस मामले दिता सी बयान कि जिस करण संधू जी साडे कॉलोनाइजर जिहड़े है और इरिस्पॉन्सिबल है, उन्होंने कॉलोनी के डिवेलपमेंट वास्ते कोई साथ नहीं दिता अजे तक। 7 साल तो साडी VGWA हैंडल कर रही सी एज ए प्रेजिडेंट के अंदर मिस्टर काबल सिंह औलख के अंदर जी। उस तो बाद बेसिकली साडी एक जिहड़े साडे पंचायत जिहड़े पंच जिहड़े है जोनी मेहरा जी और संघानिया जी ने जानबूझ के कॉलोनी माहौल खराब करने वास्ते जिस करण संधू जी इलीट काउंटी का जोड़े है कॉलोनाइजर जिन्होंने नाम बनता उन्होंने ज्वाइन करके उस तो बाद उन्होंने अपना लाडी शर्मा जी जो साढ़े कहते पहले साढ़े ही मैंबर होंगे जी, तभी तो बार बार कह रहे कि सारा माहौल खराब करने वास्ते उन्होंने क्रश करती साड़ी पार्टी ताकि इलैक्शन द्वारा हो। असं इलैक्शन इसी चाहते कि ऑलरेडी सारे पैसे दे सर पैसे दे रहे सारे सानू ठीक है, पर इन्होंने जान के शरारती तत्व ना रल के फेस 1 फेस 2 के कई बंदे पैसे देने बंद कर दिते, जिस कारण ਜਿਹੜੇ ਸਾਡੇ ਔਲਖ ਸਾਹਿਬ ਜਿਹੜੇ ਹੈਗੇ ਸੀ ਦੂਸਰੇ ਜਿਹੜੇ ਸਾਡੇ ਮੈਂਬਰ ਕਮੇਟੀ ਮੈਂਬਰਸ ਹੈਗੇ ਸੀ ਉਹਨਾਂ ਨੂੰ ਸਵੀਪਰਾਂ ਤਨਖਾਹਾਂ ਦੇਣੀਆਂ ਜਿਹਨੇ ਤੁਹਾਡੇ ਹੁੰਦੇ ਸਿਕਿਉਰਿਟੀ ਗਾਰਡਸ ਪੈਸੇ ਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ। ਉਹਨਾਂ ਨੇ ਕਿਹਾ ਦੇਖੋ ਜੀ ਇਹ ਸਿਸਟਮ ਤੁਹਾਡਾ ਸਹੀ ਨਹੀਂ ਹੈ, ਸਾਰੇ ਪੈਸੇ ਦਿਓ ਤਾਂ ਕਿ ਕਲੋਨੀ ਦਾ ਸਿਸਟਮ ਚੱਲਦਾ ਰਹੇ, ਡਿਵੈਲਪਮੈਂਟ ਚੱਲਦੀ ਰਹੇ। ਹੁਣ ਵਰਿੰਦਾਵਨ ਗਾਰਡਨ ਐਸੋਸੀਏਸ਼ਨ ਵੱਲੋਂ ਚੁਣਾਵਾਂ ਦੀ ਡੇਟ ਜਿਹੜੀ ਉਹ ਕੀ ਰੱਖੀ ਗਈ? ਸਾਡੇ ਵੱਲੋਂ ਸਰ 27 ਜੂਨ ਹੈ। 20 ਜੂਨ ਨੂੰ ਸਾਡੇ ਵੱਲੋਂ ਸਵੇਰੇ 9 ਤੋਂ ਲੈ ਕੇ 11 ਤੱਕ ਫਾਈਲ ਸਬਮਿਟਿੰਗ ਦਾ ਟਾਈਮ ਹੈਗਾ। ਜਿਸ ਤਰ੍ਹਾਂ ਕਿ ਅੱਜ 20 ਜੂਨ ਹਾਂ 20 ਜੂਨ ਜਿਹਦੇ ਵਿੱਚ 2 ਮੈਂਬਰ ਸਗੋਂ ਆਲਰੇਡੀ ਸਗੋਂ ਆ ਚੁੱਕੇ ਆ, ਮਿਸਟਰ ਰਜੀਵ ਕਪੂਰ ਜੀ, ਮਿਸਟਰ ਬੇਦੀ। ਦੋ ਹੀ ਉਮੀਦਵਾਰਾਂ ਨੇ ਸਿਰਫ ਆਪਣਾ ਨਾਮਾਕਰਨ ਪੱਤਰ ਭਰਿਆ ਹੋਇਆ, ਇਸ ਤੋਂ ਇਲਾਵਾ ਕੋਈ ਨਾਮਾਕਰਨ ਪੱਤਰ ਨਹੀਂ ਭਰਿਆ ਸਰ। 21 ਜੂਨ ਕੱਲ ਸਵੇਰੇ 9 ਤੋਂ 11 ਵਜੇ ਵਿਡਰਾਲ ਟਾਈਮ ਹੈਗਾ ਜੀ ਤੇ 27 ਜੂਨ ਨੂੰ ਸਾਡਾ ਇਲੈਕਸ਼ਨ ਟਾਈਮ ਹੈ। 27 ਜੂਨ ਨੂੰ ਹਾਂਜੀ 9 ਤੋਂ 4। ਅਸੀਂ ਹੁਣ ਗੱਲ ਕਰਾਂਗੇ ਜਿਹੜੇ ਕਿ ਇਸ ਕਲੋਨੀ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਔਲਖ ਜੀ ਨਾਲ। ਔਲਖ ਜੀ, ਮਾਜਰਾ ਕੀ ਹੈ, ਆਖਿਰ ਦੋ ਗੁੱਟਾਂ 'ਚ ਇਹ ਵੰਡੀ ਗਈ ਹੈ ਔਰ ਚੁਣਾਵਾਂ ਦੀ ਡੇਟ ਵੀ ਅਲੱਗ-ਅਲੱਗ ਹੈ। ਰਹਿ ਚੁੱਕਾ ਨਹੀਂ 27 ਤਰੀਕ ਤੱਕ ਹੈਗਾ ਜੀ 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 27 ਨੂੰ ਮੈਂ ਕਹਾਂਗਾ ਰਹਿ ਚੁੱਕਾ ਸੀ ਜੀ ਜੀ। ਸੋ ਮਜਬੂਰੀ ਬਣ ਗਈ ਸਾਡੀ, ਸਿਰਫ ਜਸਕਰਨ ਸੰਧੂ ਕਰਕੇ, ਨਾਲ 2-3 ਹੋਰ ਸ਼ਰਾਰਤੀ ਵੀਰ ਸੀ ਸਾਡੇ। ਜਸਕਰਨ ਸੰਧੂ ਜ਼ਿੰਮੇਵਾਰੀ ਨਿਭਾਉਂਦਾ ਕਲੋਨੀ ਵਿੱਚ ਤਾਂ ਸਾਨੂੰ ਐਸੋਸੀਏਸ਼ਨ ਬਣਾਉਣ ਦੀ ਲੋੜ ਨਹੀਂ ਸੀ। ਅੱਜ 80 ਲੱਖ ਰੁਪਈਆ ਬਿਜਲੀ ਦਾ ਬਿੱਲ ਡਿਊ ਆ ਸਟਰੀਟ ਲਾਈਟਾਂ ਦਾ, 3,82,773 ਰੁਪਏ ਇਹਦਾ ਆਪਣਾ ਘਰ ਦਾ ਬਿੱਲ ਡਿਊ ਆ। ਪਰ ਇਹਦੇ ਘਰ ਦੇ ਬਿੱਲ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ, ਸਾਨੂੰ ਲੈਣਾ ਦੇਣਾ ਆ ਕਿ ਸਾਡੀ ਕਲੋਨੀ ਦੀਆਂ ਸਟਰੀਟ ਲਾਈਟਾਂ ਕੱਲ੍ਹ ਨੂੰ ਬੰਦ ਨਾ ਹੋ ਜਾਣ। ਪਿਛਲੇ 1 ਮਹੀਨੇ 'ਚ ਬਿਜਲੀ ਮਹਿਕਮੇ ਵਾਲਿਆਂ ਨੇ 3 ਰੇਟ ਕੀਤੇ ਆ। ਸਾਡੀ ਜੋ ਟੈਂਕੀ ਆ ਪਾਰਕ ਨੰਬਰ 1 'ਚ ਉਹਦੀਆਂ ਤਾਰਾਂ ਲਾ ਕੇ ਲੈ ਗਏ ਆ, ਸੀਵਰੇਜ ਦੀ ਮੋਟਰ ਚੱਲਦੀ ਉਹਦੀਆਂ ਤਾਰਾਂ ਲਾ ਕੇ ਲੈ ਗਏ ਆ। ਸਾਡੇ ਮੇਨ ਰੋਡ 'ਤੇ ਫੁਹਾਰੇ ਲੱਗੇ ਆ, ਅਸੀਂ ਇਹ ਫਾਊਂਟਨ ਵਗੈਰਾ ਉਹ ਚਾਲੂ ਕਰਨੇ ਡਰਦੇ ਚਾਲੂ ਨਹੀਂ ਕਰਨ ਡਏ ਕਿ ਕੱਲ੍ਹ ਨੂੰ ਜੇ ਰੇਡ ਹੋਇਆ ਤਾਂ ਉਹ 28-30 ਹਜ਼ਾਰ ਦੀ ਤਾਰ ਉਹ ਵੱਡੀ ਤਾਰ ਆ ਅਤੇ ਉਹ ਵੀ ਸਾਡੀ ਬਿਜਲੀ ਮਹਿਕਮੇ ਲੱਗ ਲੈ ਜਾਣੀ ਆ। ਅਸੀਂ ਵਾਰ-ਵਾਰ ਇਹਦੇ ਘਰ ਜਾ ਕੇ ਤਰਲਾ ਕਰਦੇ ਰਹੇ ਕਿ ਭਰਾ ਤੂੰ ਆਪਣਾ ਬਿਜਲੀ ਦਾ ਬਿੱਲ ਕਲੀਅਰ ਕਰ, ਪਰ ਉਸ ਬੰਦੇ ਨੇ ਪਿਛਲੇ 3-4 ਸਾਲਾਂ ਤੋਂ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ।
ਸੋ ਸਿਰਫ ਜਸਕਰਨ ਸੰਧੂ ਦੀਆਂ ਗੈਰ ਜ਼ਿੰਮੇਵਾਰੀ ਕਾਰਨ ਸਾਨੂੰ ਐਸੋਸੀਏਸ਼ਨ ਬਣਾਉਣੀ ਪਈ। ਫਿਰ ਅਸੀਂ ਆਪਣੇ ਲੈਵਲ ਤੇ 666 ਰੁਪਇਆ ਅਸੀਂ ਰੱਖਿਆ ਮੇਨਟੇਨੈਂਸ ਦਾ ਮਹੀਨੇ ਦਾ, ਉਹ ਲੈ ਕੇ 2,40,42,000 ਮਹੀਨਾ ਤਨਖਾਹਾਂ ਵੰਡਦੇ ਆ ਚੌਂਕੀਦਾਰਾਂ ਦੀਆਂ, ਸਿਕਿਉਰਿਟੀ ਗਾਰਡ ਵਗੈਰਾ, ਸਵੀਪਰ ਵਗੈਰਾ, ਜਾਂ ਜਿਹੜਾ ਵੀ ਸਾਡਾ ਸਟਾਫ ਹੈਗਾ ਆ 22-23 ਜਾਣੇ ਸਾਡੇ ਸਟਾਫ ਦੇ। ਸੋ ਫਾਈਨਲੀ ਬੜਾ ਵਧੀਆ ਕੰਮ ਚੱਲਣ ਡਿਆ ਸੀ। ਜਸਕਰਨ ਸੰਧੂ ਡਿਵਾਈਡ ਐਂਡ ਰੂਲ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਆ। ਇਹ ਪਿਛੋਕੜ ਦਾ ਕਿਸੇ ਅੰਗਰੇਜ਼ ਦੇ ਪਰਿਵਾਰ ਨਾਲ ਮੈਚ ਕਰਦਾ ਆ ਕਿ ਡਿਵਾਈਡ ਐਂਡ ਰੂਲ ਦੀ ਪਾਲਿਸੀ ਨਾਲ ਕਿ ਮੈਂ ਗਰੁੱਪ ਪਾੜਨਾ ਕਿਵੇਂ ਆ। ਉਹ ਇਸ ਗੇਮ ਦੇ ਵਿੱਚ ਉਹਨੇ PhD ਕੀਤੀ ਹੈ ਕਿ ਗਰੁੱਪ ਨੂੰ ਪਾੜਨਾ ਕਿਵੇਂ ਆ। ਅੱਜ ਸਾਡੇ ਗਰੁੱਪ ਦੇ ਕੁਝ ਮੈਂਬਰ ਪਾੜ ਕੇ ਉਹਨੇ ਆਪਸ ਵਿੱਚ ਇਲੈਕਸ਼ਨਾਂ ਕਰਾਉਣ ਦਾ ਡਿਕਲੇਅਰ ਕੀਤਾ। ਸੋ ਫਾਈਨਲੀ ਸਾਡੀ ਐਸੋਸੀਏਸ਼ਨ ਦੀਆਂ ਇਲੈਕਸ਼ਨਾਂ ਜਿਹੜੀਆਂ ਅੱਜ 20 ਨੂੰ ਫਾਰਮ ਭਰਨੇ ਸੀ, ਕੱਲ੍ਹ 21 ਨੂੰ ਵਾਪਸੀ ਹੋਣੀ, ਜੇ ਕਿਸੇ ਨੇ ਵਾਪਸ ਲੈਣੇ ਹੋਏ, ਤੇ 27 ਜੂਨ ਨੂੰ ਸਾਡੀਆਂ ਇਲੈਕਸ਼ਨਾਂ ਨੇ। 2 ਕੈਂਡੀਡੇਟ ਸਾਨੂੰ ਫਾਰਮ ਜਮ੍ਹਾਂ ਕਰਾ ਚੁੱਕੇ ਨੇ, ਤੇਜਿੰਦਰ ਸਿੰਘ ਜੀ ਤੇ ਰਜੀਵ ਕਪੂਰ ਜੀ। ਸੋ ਇਹਨਾਂ ਦੋਵਾਂ ਦੀਆਂ ਹੁਣ ਜੋ ਸਾਡੇ ਜੀ ਅਗਰ ਚੁਣਾਵ ਤੇ ਐਸੇ ਪਿੱਛੇ ਕਰਵਾਏ ਜਾਣੇ ਸੀ ਕਿ ਸਰਵਸੰਮਤੀ ਨਾਲ ਜਾਂ ਚੁਣਾਵਾਂ ਦੇ ਮਾਧਿਅਮ ਦੇ ਨਾਲ ਤੁਸੀਂ ਇੱਕ ਹੋ ਕੇ ਸਾਰੇ ਕੰਮ ਕਰ ਸਕੋ, ਲੇਕਿਨ ਇਸ ਚੁਣਾਵਾਂ ਦਾ ਔਚਿਤਯ ਕੀ ਰਹਿ ਜਾਂਦਾ ਜਦੋਂ ਕਿ ਦੂਸਰਾ ਗੁੱਟ ਇਸ ਚੁਣਾਵਾਂ ਦੇ ਵਿੱਚ ਭਾਗੀਦਾਰੀ ਹੀ ਨਹੀਂ ਕਰ ਰਿਹਾ। ਵੇਖੋ ਜਿਹੜਾ ਲੀਡ ਤੇ ਇੱਕ ਡਿਫਾਲਟਰ ਕੰਪਨੀ ਆ। ਪਰਸੋਂ ਅਸੀਂ ਪੁੱਡਾ ਦਫ਼ਤਰ ਗਏ ਸੀ, ਉੱਥੇ ਚੇਅਰਪਰਸਨ ਨੇ ਮੈਡਮ ਪਲਵੀ, ਉਹਨਾਂ ਨੂੰ ਮਿਲ ਕੇ ਆਏ ਆ। SDO ਨੇ ਉੱਥੇ ਪ੍ਰਿਤਪਾਲ ਸਿੰਘ ਜੀ, ਉਹਨਾਂ ਨੂੰ ਮਿਲ ਕੇ ਆਏ ਆ। ਉਹਨਾਂ ਨੂੰ ਸਾਰੀਆਂ ਪੁਰਾਣੀਆਂ ਜਸਕਰਨ ਦੀਆਂ ਕਰਤੂਤਾਂ ਦੱਸ ਕੇ ਆਏ ਆ। 3.5 ਕਰੋੜ ਰੁਪਈਆ EDC ਚਾਰਜ ਦੇ ਨਾਂ ਤੇ ਸਾਡੇ ਕੋਲ ਸਲਿੱਪਾਂ ਪਈਆਂ। ਸਾਡੇ ਕਲੋਨੀ ਵਾਸੀਆਂ ਕੋਲ ਕਿਸੇ ਕੋਲ 3 ਲੱਖ, ਕਿਸੇ ਕੋਲ 1.5 ਲੱਖ, ਕਿਸੇ ਕੋਲ 70,000 ਰੁਪਈਆ ਲੈ ਕੇ ਇਕੱਠਾ ਕਰ ਗਿਆ, ਤੇ ਪੁੱਡਾ ਦਫ਼ਤਰ ਇਹਨੇ ਜੱਟ ਨੇ 1 ਰੁਪਈਆ ਨਹੀਂ ਜਮ੍ਹਾਂ ਕਰਾਇਆ। ਸੋ ਹਰ ਜਗ੍ਹਾ ਜਿੱਥੇ ਜਾਈਏ, ਪੁੱਡਾ ਨੇ ਤੇ 420 ਦਾ ਪਰਚਾ ਵੀ ਕਰਾਇਆ ਸੱਚ ਥੋੜ੍ਹਾ ਚਿਰ ਪਹਿਲਾਂ, ਤੇ ਹੁਣ ਸੈਕਿੰਡ ਫਿਰ ਹੋਣ ਨੂੰ ਤਿਆਰ ਆ। ਨਹੀਂ, ਜਿਹੜੀ ਵੈਲਫੇਅਰ ਐਸੋਸੀਏਸ਼ਨ ਦੇ ਚੁਣਾਵ ਹੋ ਰਹੇ ਨੇ, ਮੇਰੇ ਕਹਿਣ ਦਾ ਮਤਲਬ ਹੈ ਸੀ ਕਿ ਇਹਦਾ ਔਚਿਤਯ ਕੀ ਰਹਿ ਜਾਏਗਾ ਜਦੋਂ ਕਿ ਤੁਸੀਂ ਫਿਰ ਚੁਣਾਵ ਉਹਨਾਂ ਦੇ ਜਿਹੜੇ ਡੇਟ ਅਨਾਉਂਸ ਕੀਤੀ ਗਈ ਹੈ ਉਹ 4 ਜੁਲਾਈ ਹੈ, ਤੁਹਾਡੇ ਵੱਲੋਂ ਅਨਾਉਂਸ ਕੀਤੀ ਗਈ ਹੈ ਉਹ 27 ਜੂਨ ਹੈ, ਲੇਕਿਨ ਉਹਦੇ 'ਚ ਇੱਕ ਦੂਸਰੇ ਨੇ ਪਾਰਟਿਸਿਪੇਟ ਹੀ ਨਹੀਂ ਕਰਨਾ, ਤੇ ਫਿਰ ਇਹਦਾ ਔਚਿਤਯ ਕੀ ਰਹਿੰਦਾ ਚੁਣਾਵਾਂ ਦਾ? ਸਾਡੇ ਇੱਥੇ 2 ਕੈਂਡੀਡੇਟ ਪਾਰਟਿਸਿਪੇਟ ਕਰ ਰਹੇ ਆ ਜੀ। ਹੁਣ ਰੱਬ ਜਾਣੇ ਦੋਵਾਂ ਧਿਰਾਂ 'ਚੋਂ ਕਿਹੜਾ ਜਿੱਤ ਕੇ ਅੱਗੇ ਹੁੰਦਾ। ਜਿਹੜਾ ਧਿਰ ਜਿੱਤ ਕੇ ਆਊਗਾ ਅਸੀਂ ਬਕਾਇਦਾ ਖੁਦ ਉਹਨੂੰ ਆਪਣਾ ਮੇਨਟੇਨੈਂਸ ਮੰਥਲੀ ਜੋ ਬਣਦਾ ਪੇ ਕਰਾਂਗੇ, ਉਹ ਆਪਣੀ ਟੀਮ ਤਿਆਰ ਕਰਕੇ ਕਲੋਨੀ ਡਿਵੈਲਪਮੈਂਟ ਕਰਾਊਗਾ ਜੀ। ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਕਿ ਔਲਖ ਜੀ ਨੇ ਵੀ ਕਿਹਾ ਕਿ ਉਹਨਾਂ ਦੇ ਐਸੋਸੀਏਸ਼ਨ ਵਿੱਚ 2 ਉਮੀਦਵਾਰਾਂ ਨੇ ਜਿਹੜਾ ਨਾਮਾਕਰਨ ਪੱਤਰ ਭਰਿਆ, ਲੇਕਿਨ ਅਸੀਂ ਤੁਹਾਨੂੰ ਇੱਥੇ ਦੱਸ ਦਈਏ ਕਿ 2 ਗੁੱਟਾਂ 'ਚ ਇਸ ਐਸੋਸੀਏਸ਼ਨ ਜਿਹੜੀ ਹੈ ਵੰਡੀ ਹੋਈ ਹੈ। ਇੱਕ ਗੁੱਟ ਨੂੰ ਅਸੀਂ ਆ ਕੇ ਮਿਲੇ ਹਾਂ। ਸਾਡਾ ਪ੍ਰਯਾਸ ਹੋਏਗਾ ਕਿ ਅਲੀਟ ਕੰਪਨੀ ਦੇ ਵੱਲੋਂ ਵੀ ਅਸੀਂ ਉਹਨਾਂ ਨਾਲ ਗੱਲ ਕਰੀਏ ਤਾਂ ਕਿ ਪੂਰੀ ਪਿਕਚਰ ਜਿਹੜੀ ਹੈ ਕਲੀਅਰ ਹੋ ਸਕੇ। ਮੈਂ ਰਾਜੇਸ਼ ਅਰੋੜਾ, ਕੈਮਰਾਮੈਨ ਜਤਿਨ ਦੇ ਨਾਲ, ਪਬਲਿਕ ਦਲਾਸਾ ਚੈਨਲ, ਅੰਮ੍ਰਿਤਸਰ। ਜਿਸ ਤਰ੍ਹਾਂ ਕਿ ਵਰਿੰਦਾਵਨ ਗਾਰਡਨ ਵੈਲਫੇਅਰ ਐਸੋਸੀਏਸ਼ਨ ਦਾ ਵੀ ਅਸੀਂ ਪੱਖ ਸੁਣਿਆ, ਹੁਣ ਅਸੀਂ ਆਏ ਹਾਂ ਅਲੀਟ ਕੰਪਨੀ ਦੇ MD ਜਸਕਰਨ ਸਿੰਘ ਸੰਧੂ ਜੀ ਕੋਲ। ਉਹਨਾਂ ਕੋਲ ਜਾਣਾਂਗੇ ਕਿ ਜਿਹੜਾ ਉਹਨਾਂ ਤੇ ਆਰੋਪ ਲੱਗੇ ਨੇ ਉਹਨਾਂ ਬਾਰੇ ਉਹਨਾਂ ਦਾ ਕੀ ਕਹਿਣਾ ਹੈ। ਸੰਧੂ ਸਾਹਿਬ, ਇੱਕ ਤੇ ਤੁਹਾਡੇ ਤੇ ਆਰੋਪ ਲਾਏ ਨੇ ਕਿ ਤੁਸੀਂ ਮੇਨਟੇਨੈਂਸ ਦੇ ਜਿਹੜੇ ਪੈਸੇ ਭਰਨੇ ਹੁੰਦੇ ਨੇ ਉਹ ਬਿਜਲੀ ਦੇ ਜਾਂ ਹੋਰ ਉਹ ਨਹੀਂ ਭਰੇ, ਜਿਸ ਕਰਕੇ ਇਹ ਮੇਨਟੇਨੈਂਸ ਰੁਕੀ ਹੋਈ ਹੈ। ਉਹ ਚੁਣਾਵ ਕਰਵਾਉਣ ਜਾ ਰਹੇ 27 ਤਰੀਕ ਨੂੰ, ਜਦ ਕਿ ਤੁਹਾਡੇ ਵੱਲੋਂ 4 ਜੁਲਾਈ ਦਾ ਟਾਈਮ ਰੱਖਿਆ ਗਿਆ ਸੀ। ਆਖਿਰ ਇਹ ਲੜਾਈ ਜਿਹੜੀ ਹੈ ਉਹ ਮਾਮਲਾ ਕੀ ਹੈ ਪੂਰਾ? ਰਜੇਸ਼ ਜੀ, ਗੱਲ ਇੱਦਾਂ ਹੈਗੀ ਆ, ਕੁਛ ਇੱਥੇ ਬੈਡ ਐਲੀਮੈਂਟ ਹੈਗੇ ਨੇ ਜਿਹੜੇ ਇਸ ਕਲੋਨੀ ਦੇ ਕੰਮਾਂ ਦੇ ਵਿੱਚ ਦਖਲ ਦੇ ਕੇ ਤੇ ਕਲੋਨੀ ਦਾ ਨੁਕਸਾਨ ਕਰ ਰਹੇ ਨੇ, ਇੱਥੋਂ ਦੇ ਰੈਜ਼ੀਡੈਂਟਾਂ ਦਾ ਨੁਕਸਾਨ ਕਰ ਰਹੇ ਨੇ। ਹਰ ਮਹੀਨੇ ਇਹਨਾਂ ਦੀ ਲੜਾਈ ਹੁੰਦੀ ਆ। ਉਸ ਲੜਾਈ ਨੂੰ ਖਤਮ ਕਰਨ ਵਾਸਤੇ ਮੇਰੇ ਵੱਲੋਂ ਇੱਕ ਐਫਰਟ ਕੀਤੀ ਗਈ ਆ ਵੀ ਇਹਦੀ ਡੈਮੋਕ੍ਰੈਟਿਕ ਵੇ ਦੇ ਨਾਲ ਇਲੈਕਸ਼ਨ ਕਰਾਈ ਜਾਵੇ। ਉਹਦੇ ਬਾਰੇ ਅਸੀਂ ਅੱਜ ਤੋਂ 15 ਦਿਨ ਪਹਿਲਾਂ ਨੋਟਿਸ ਇਸ਼ੂ ਕੀਤਾ ਸੀਗਾ ਵੀ ਜਿਹੜਾ ਵੀ ਕੈਂਡੀਡੇਟ ਆਵੇ ਅਸੀਂ ਉਹਦੀ ਮਦਦ ਕਰਾਂਗੇ। ਜਿਹੜਾ ਜਿੱਤ ਕੇ ਆ ਜਾਵੇ, ਜਿਹਨੂੰ ਜ਼ਿਆਦਾ ਲੋਕ ਇੱਥੋਂ ਦੇ ਪ੍ਰੈਫਰ ਕਰਦੇ ਨੇ। ਮੇਰੇ ਕੋਲ 200 ਬੰਦੇ ਦੀ ਲਿਸਟ ਆਈ ਆ ਜਿਨ੍ਹਾਂ ਨੇ ਮੈਨੂੰ ਆਣ ਕੇ ਕਿਹਾ ਹੈਗਾ ਵੀ ਸਰਦਾਰ ਸਾਹਿਬ ਇਹਦੀ ਕਲੋਨੀ ਇਲੈਕਸ਼ਨ ਕਰਾਓ ਤਾਂ ਕਿ ਕਲੋਨੀ ਦਾ ਕੋਈ ਸੁਧਾਰ ਹੋ ਸਕੇ। ਬਟ ਇਹ ਇਲੈਕਸ਼ਨ ਤੋਂ ਭੱਜ ਰਹੇ ਨੇ ਵੀ ਜੇਕਰ ਇਹਨਾਂ ਦੇ ਨਾਲ ਬੰਦੇ ਜ਼ਿਆਦਾ ਹੈਗੇ ਆ ਕਿਸੇ ਦੇ ਨਾਲ, ਜਿੱਤ ਕੇ ਆ ਜਾਓ, ਮੈਂ ਤੁਹਾਡੇ ਨਾਲ, ਜਿਹੜਾ ਵੀ ਜਿੱਤ ਕੇ ਆਵੇ ਮੈਂ ਉਹਦੇ ਨਾਲ ਆ। ਮੈਨੂੰ ਤਾਂ ਕਲੋਨੀ ਦੀ ਉਹ ਵੀ ਇਹੀ ਕਹਿ ਰਹੇ ਨੇ ਕਿ 27 ਤਰੀਕ ਨੂੰ ਚੁਣਾਵ ਨੇ, ਜੇ ਇਹਨਾਂ ਦਾ ਕੋਈ ਉਮੀਦਵਾਰ ਉਹ ਚੁਣਾਵਾਂ 'ਚ ਹਿੱਸਾ ਲੈਣਾ ਚਾਹੁੰਦਾ ਤੇ ਆ ਕੇ 20 ਤਰੀਕ ਤੱਕ, ਅੱਜ 20 ਤਰੀਕ ਹੈ, ਆਪਣਾ ਨਾਮਾਕਰਨ ਪੱਤਰ ਭਰ ਸਕਦਾ ਸੀ। ਅਸੀਂ ਇਸ ਡੇਟ ਤੋਂ ਪਹਿਲਾਂ ਡੇਟ ਅਨਾਉਂਸ ਕਰ ਚੁੱਕੇ ਹਾਂ। ਇਹ ਲੋਕਾਂ ਨੂੰ ਕਨਫਿਊਜ਼ ਕਰਨ ਰਹੇ ਨੇ ਵੀ ਇਲੈਕਸ਼ਨ ਨਾ ਹੋਵੇ। ਇਹ ਕਦੀ ਕਿਸੇ ਦੇ ਗੱਲ 'ਚ ਜਾ ਕੇ ਸਾਡੀ ਇਲੈਕਸ਼ਨ ਡਿਕਲੇਅਰ ਕਰਨ ਤੋਂ ਬਾਅਦ ਇਹਨਾਂ ਨੇ ਮਿਸਟਰ ਜੀਆ ਲਾਲ ਦੇ ਗੱਲ 'ਚ ਜਾ ਕੇ ਤੇ ਹਾਰ ਪਾਤਾ ਵੀ ਸਾਡਾ ਇਹ ਪ੍ਰਧਾਨ ਬਣ ਗਿਆ। ਉਸ ਤੋਂ ਬਾਅਦ ਇਹਨਾਂ ਨੇ ਮਿਸਟਰ ਗੁਲਾਟੀ ਦੇ ਗੱਲ ਜਾ ਕੇ ਹਾਰ ਪਾਤਾ ਵੀ ਇਹ ਸਾਡਾ ਪ੍ਰਧਾਨ ਬਣ ਗਿਆ।
ਇਹ ਕੋਈ ਵੇ ਨਹੀਂ, ਤਰੀਕਾ ਨਹੀਂ ਹੈਗਾ ਵੀ ਜਿਹਨੂੰ ਤੁਸੀਂ ਮਰਜ਼ੀ ਜਾਓ। ਡਿਕਟੇਟਰਸ਼ਿਪ ਨਹੀਂ ਚੱਲ ਸਕਦੀ ਕਿਤੇ ਵੀ। ਇਹ ਅਸੀਂ ਡੈਮੋਕ੍ਰੈਟਿਕ ਵੇ ਦੇ ਨਾਲ ਇਲੈਕਸ਼ਨ ਕਰਵਾ ਰਹੇ ਹਾਂ। ਜਦੋਂ ਅਸੀਂ ਪਹਿਲਾਂ ਇੱਕ ਇਲੈਕਸ਼ਨ ਡਿਕਲੇਅਰ ਕੀਤੀ ਆ, ਇਹਨਾਂ ਨੂੰ ਸਾਡੇ ਡਿਕਲੇਅਰ ਕਰਨ ਤੋਂ ਜੇਕਰ ਪਹਿਲਾਂ ਕਰਦੇ ਤੇ ਅਸੀਂ ਉਹਨੂੰ ਮੰਨ ਲੈਂਦੇ। ਇਹਨਾਂ ਨੇ ਪਹਿਲਾਂ ਅਸੀਂ ਡਿਕਲੇਅਰ ਅਸੀਂ ਕੀਤੀ ਆ ਤੇ ਇਹ ਉਹਨੂੰ ਮੰਨਣ। ਇਹਨਾਂ ਨੇ ਸਾਥੋਂ ਬਾਅਦ ਇਸ ਲਿੰਕ ਦਾ ਅਸੀਂ 27 ਨੂੰ ਕਰਾਉਣਾ। 27 ਤੇ 7 ਦਿਨ ਕੀ ਫਰਕ ਹੈਗਾ? ਇਹ 4 ਤਰੀਕ ਨੂੰ ਆਪਣੀ ਇਲੈਕਸ਼ਨ ਕਰਾ ਦੇਣ, ਵਿੱਚ ਉੱਥੇ ਭਾਗ ਲੈਣ। ਪਰ ਸੰਧੂ ਸਾਹਿਬ ਇਹ ਇੱਕ ਪ੍ਰਸ਼ਨ ਪੈਦਾ ਹੁੰਦਾ ਹੈ, ਉਹ 27 ਤਰੀਕ ਅਨਾਉਂਸ ਕਰ ਰਹੇ ਤੁਸੀਂ 4 ਤਰੀਕ, ਜਿਹੜਾ ਚੁਣਾਵਾਂ ਦਾ ਔਚਿਤਯ ਹੈ ਉਹ ਕੀ ਰਹਿ ਜਾਂਦਾ ਹੈ ਜਦੋਂ ਫਿਰ ਚੁਣਾਵ ਹੀ ਵੱਖਰੇ ਵੱਖਰੇ ਹੋਣੇ ਆ? ਉਹਨਾਂ ਦੇ ਧਿਰ ਵੱਲੋਂ ਕੋਈ ਉਮੀਦਵਾਰ ਤੁਹਾਡੇ ਦਿੱਤੇ ਹੋਏ ਟਾਈਮ 4 ਜੂਨ ਨੂੰ ਉਮੀਦਵਾਰੀ ਵਾਸਤੇ ਨਾਮਾਕਰਨ ਪੱਤਰ ਨਹੀਂ ਭਰੇਗਾ, ਤੁਹਾਡੇ ਵੱਲੋਂ ਕੋਈ ਉਮੀਦਵਾਰ ਉਹਨਾਂ ਦੇ 27 ਤਰੀਕ ਨੂੰ ਨਾਮਾਕਰਨ ਪੱਤਰ ਨਹੀਂ ਭਰੇਗਾ, ਤੇ ਫਿਰ ਲੜਾਈ ਕਿਸ ਤਰ੍ਹਾਂ, ਇਹਦਾ ਅੰਤ ਕਿਸ ਤਰ੍ਹਾਂ ਹੋਏਗਾ? ਇਹਦਾ ਰਾਜੇਸ਼ ਜੀ, ਇਟ ਇਜ਼ ਵੈਰੀ ਸਿੰਪਲ। ਇੱਥੇ 400 ਘਰ ਦੇ ਆ, ਜਿੰਨੀ ਟੋਟਲ ਵੋਟ ਹੈਗੀ ਆ, ਹਰ ਫੈਮਿਲੀ ਹੈੱਡ ਆਫ ਦੀ ਫੈਮਿਲੀ ਜਿਹੜਾ ਉਹ ਵੋਟ ਕਾਸਟ ਕਰੂਗਾ। ਜਿਹੜੀ ਇਲੈਕਸ਼ਨ ਹੋਊਗੀ ਜਿਹਦੇ ਵਿੱਚ ਉਹਦੇ 'ਚ ਅਸੀਂ ਇੱਕ ਉੱਥੇ ਰਜਿਸਟਰ ਲੱਗਾ ਹੋਊਗਾ, ਉਹਦੇ ਵਿੱਚ ਬੰਦਾ ਆਪਣੇ ਆਈਡੀ ਪ੍ਰੂਫ ਦੇ ਨਾਲ ਆਣ ਕੇ ਵੋਟ ਜਿਹੜੀ ਆ ਕਾਸਟ ਕਰੂਗਾ। ਉਹਦੀ ਵੀਡੀਓਗ੍ਰਾਫੀ ਹੋਊਗੀ। ਜਿਸ ਬੰਦੇ ਨੂੰ ਜ਼ਿਆਦੀਆਂ ਵੋਟਾਂ ਜ਼ਿਆਦੀਆਂ ਕਰੂਗਾ ਉਹ ਡਿਕਲੇਅਰ ਹੋ ਜਾਊਗਾ। ਜੇਕਰ 400 ਦੇ ਵਿੱਚੋਂ 450 ਦੇ ਵਿੱਚੋਂ 300 ਬੰਦੇ ਨੂੰ ਜਿਹਨੂੰ ਜੇ ਵੋਟ ਮਿਲ ਜਾਂਦੀ ਹੈ ਕਿਸੇ ਜਿਹੜੇ ਕੈਂਡੀਡੇਟ ਨੂੰ, ਉਹ ਕੈਂਡੀਡੇਟ ਉਹ ਪ੍ਰਧਾਨ ਬਣੂਗਾ। ਔਰ 27 ਤਰੀਕ ਨੂੰ ਇਸ ਤਰ੍ਹਾਂ ਹੋ ਜਾਂਦਾ, ਫਿਰ 27 ਤਰੀਕ ਨੂੰ ਤਾਂ ਮਤਲਬ ਕੋਈ ਨਹੀਂ ਨਾ ਹੈਗਾ। ਜਦੋਂ ਆਪਾਂ ਸਾਰੀ ਡਿਕਲੇਅਰ ਕੀਤੀ ਆ, ਕਮੇਟੀ ਬਣੀ ਆ, ਕਮੇਟੀ ਨੂੰ ਅਸੀਂ ਜਿਹੜੀ ਨੋਮੀਨੇਸ਼ਨ ਵਾਸਤੇ ਕਮੇਟੀ ਬਣੀ ਆ, ਉਹਨਾਂ ਨੇ ਹਰ ਬੰਦੇ ਨੇ ਆਪਣੇ ਟਾਈਮ ਕੱਢਣਾ ਵਾ। ਅਸੀਂ ਆਲਰੇਡੀ ਉਹਨਾਂ ਦੇ ਕੋਲੋਂ ਟਾਈਮ ਲਿਆ। ਜਿਹੜੀ ਕਲੋਨੀ ਦੇ ਬੰਦਿਆਂ ਦੀ ਕਮੇਟੀ ਬਣਾਈ ਇੱਕ, ਉਹਦੇ ਵਿੱਚ ਮਿਸਟਰ ਵਿਰਕ ਹੈਗੇ ਆ, ਮਨਜੀਤ ਸਿੰਘ ਵਿਰਕ, ਪਰਮਜੀਤ ਸਿੰਘ ਹੈਗੇ ਰੰਧਾਵਾ ਜੀ, ਇੱਕ ਆਪਣੇ ਕੈਪਟਨ ਸ਼ਰਮਾ ਜੀ ਉਹਦੇ ਜਿਹੜੇ ਹੈਗੇ ਨੇ ਹੈੱਡ ਹੈਗੇ ਨੇ ਜਿਹੜੇ ਇਸ ਇਲੈਕਸ਼ਨ ਨੂੰ ਕਰਨਗੇ। ਇਹਨਾਂ ਨੇ ਕੋਈ ਕਮੇਟੀ ਨਹੀਂ ਬਣਾਈ, ਕੋਈ ਇਹਨਾਂ ਦਾ ਕੋਈ ਸਿਸਟਮ ਨਹੀਂ ਹੈਗਾ, ਤੇ ਕਿਤਨਾ ਇਲੈਕਸ਼ਨ ਕੰਡਕਟ ਕਰਨਗੇ? ਤੁਸੀਂ ਸਿਆਣੇ ਹੋ ਸ਼ਰਮਾ ਆਪਣਾ ਰਜੇਸ਼ ਜੀ, ਜਿਸ ਕਮੇਟੀ ਨੇ ਇਲੈਕਸ਼ਨ ਡਿਕਲੇਅਰ, ਇਹਨਾਂ ਨੇ 27 ਤਰੀਕ ਨੂੰ ਇਲੈਕਸ਼ਨ ਤੇ ਡਿਕਲੇਅਰ ਕਰਤੀ। ਇਹਨਾਂ ਨੇ ਕੋਈ ਕਮੇਟੀ ਬਣਾਈ ਹੈ ਜਿਹੜੀ ਉਸ ਇਲੈਕਸ਼ਨ ਨੂੰ ਕੰਡਕਟ ਕਰੂਗੀ। ਇਹ ਤੇ ਗੱਲਾਂ ਕਰਨ, ਇਹ ਤੇ ਬਦਮਾਸ਼ੀ ਵਾਲੀਆਂ ਗੱਲਾਂ ਹੋ ਗਈਆਂ ਵੀ ਅਸੀਂ ਤਾਂ ਡਿਕਲੇਅਰ ਕਰਤੀ ਹੈ ਜੀ ਇਲੈਕਸ਼ਨ ਹੋਊਗੀ। ਕੋਈ ਕਮੇਟੀ ਦਾ ਕੋਈ ਇਲੈਕਸ਼ਨ ਕਰਨ ਦਾ ਕੋਈ ਪ੍ਰੋਸੀਜਰ ਆ ਨਾ, ਕੋਈ ਪ੍ਰੋਸੀਜਰ ਹੈ। ਜਿਹੜੀ ਇਲੈਕਸ਼ਨ ਹੋਣੀ ਆ ਉਹ ਪ੍ਰੋਸੀਜਰ ਨਾਲ ਹੋਣੀ ਆ। ਕੋਈ ਜਿਹੜੀ ਕਮੇਟੀ ਆ ਉਹ ਨੋਮੀਨੇਸ਼ਨ ਪੇਪਰ ਲੈਣ ਵਾਸਤੇ ਇਹਨਾਂ ਨੇ ਕੋਈ ਕਮੇਟੀ ਬਣਾਈ ਆ? ਕੋਈ ਕਮੇਟੀ ਨਹੀਂ ਬਣਾਈ। ਫਿਰ ਇਹਨਾਂ ਜਿਹੜੀ ਜਿਸ ਕਮੇਟੀ ਨੇ ਇਲੈਕਸ਼ਨ ਕੰਡਕਟ ਕਰਾਉਣੀ ਆ, ਇਹਨਾਂ ਨੇ ਕੋਈ ਕਮੇਟੀ ਨਹੀਂ ਬਣਾਈ। ਫਿਰ ਇਹਨਾਂ ਨੇ ਕੋਈ ਨੋਮੀਨੇਸ਼ਨ ਫਾਰਮ ਜਿਹੜਾ ਵਾ ਉਹ ਨਹੀਂ ਲੋਕਾਂ ਨੂੰ ਸਰਕੂਲੇਟ ਕੀਤਾ। ਜਿਹੜੀ ਵੋਟਰ ਲਿਸਟ ਆ ਉਹ ਨਹੀਂ ਕੀਤੀ। ਅਸੀਂ ਸਾਰੀ ਕੁਝ ਤਿਆਰੀ ਕੀਤੀ ਆ ਐਜ਼ ਪਰ ਲਾ। ਜਦੋਂ ਅਸੀਂ ਲੋਕਾਂ ਨੂੰ ਰਜਿਸਟਰੀ, ਜਿੱਥੋਂ ਰੈਜ਼ੀਡੈਂਟ ਨੂੰ ਰਜਿਸਟਰੀ ਕਰਕੇ ਦਿੱਤੀ ਆ, ਉਹਦੇ ਵਿੱਚ ਕਲਾਜ਼ ਲਿਖੀ ਹੈਗੀ ਆ ਵੀ ਕਾਲੋਨਾਈਜ਼ਰ ਜਿਹੜਾ ਵਾ ਕਲੋਨੀ ਦੀ ਬੈਟਰਮੈਂਟ ਵਾਸਤੇ ਇਲੈਕਸ਼ਨ ਕਰਵਾ ਸਕਦਾ। ਪਰ ਇਹ ਗੱਲ ਤੇ ਉਹ ਉਲਟਾ ਆਰੋਪ ਲਗਾ ਰਹੇ ਨੇ ਕਿ ਕਲੋਨਾਈਜ਼ਰ ਕੋਲ ਕੋਈ ਅਧਿਕਾਰ ਹੀ ਨਹੀਂ ਕਿ ਉਹ ਵੈਲਫੇਅਰ ਜਾਂ ਮੇਨਟੇਨੈਂਸ ਵਾਸਤੇ ਜਿਹੜੀ ਐਸੋਸੀਏਸ਼ਨ ਬਣ ਰਹੀ ਹੈ ਉਹ ਚੁਣਾਵ ਕਰਾ ਸਕਣ। ਮੇਰੇ ਕੋਲ ਪੂਰਨ ਅਧਿਕਾਰ ਹੈਗੇ ਆ। ਮੈਂ ਜਿਹੜੀਆਂ ਲੋਕਾਂ ਦੇ ਨਾਲ ਅਸੀਂ ਲੋਕਾਂ ਨੂੰ ਰਜਿਸਟ੍ਰੇਸ਼ਨ ਕਰਕੇ ਦਿੱਤੀ ਆ, ਉਹਦੇ ਵਿੱਚ ਮੈਂ ਤੁਹਾਨੂੰ ਦਾ ਡਾਕੂਮੈਂਟਰੀ ਪ੍ਰੂਫ ਦਊਂਗਾ। ਉਹਦੇ 'ਚ ਲਿਖਿਆ ਹੈਗਾ ਕਿ ਜਿਹੜਾ ਕਾਲੋਨਾਈਜ਼ਰ ਆ ਉਹ ਇਲੈਕਸ਼ਨ ਕਰਾਊਗਾ। ਲੇਕਿਨ ਕਾਲੋਨਾਈਜ਼ਰ ਦਾ ਉਸ ਜਿਹੜੀ ਐਸੋਸੀਏਸ਼ਨ ਬਣ ਜੂਗੀ ਉਹ 'ਚ ਕੋਈ ਦਖਲ ਨਹੀਂ ਹੋਊਗਾ। ਉਲਟਾ ਉਹਦੀ ਹੈਲਪ ਕਰਾਂਗੇ ਅਸੀਂ। ਜੇਕਰ ਟਾਈਮ ਸਾਨੂੰ ਕੋਈ ਕਹਿੰਦੇ ਨੇ, ਸਾਡੇ ਕੋਲ ਇਨਫਰਾਸਟ੍ਰਕਚਰ ਆ, ਸਾਡੇ ਕੋਲ ਟਰੈਕਟਰ ਨੇ, ਸਾਡੇ ਕੋਲ JCB ਆ, ਸਾਡੇ ਕੋਲ ਟੈਂਕਰ ਨੇ, ਸਾਡੇ ਕੋਲ ਬਹੁਤ ਸਿਸਟਮ ਹੈਗਾ ਵਾ, ਅਸੀਂ ਇਹਨਾਂ ਦੀ ਹੈਲਪ ਕਰਾਂਗੇ। ਜਿਹੜਾ ਵੀ ਕੋਈ ਜਿੱਤ ਕੇ ਆ ਜਾਵੇ ਡੈਮੋਕ੍ਰੈਟਿਕ ਵੇ ਨਾਲ, ਜਿਹੜਾ ਵੀ ਜਿੱਤ ਕੇ ਆ ਜਾਵੇ ਉਹਦੀ ਮਦਦ ਕਰਾਂਗੇ ਆਪਾਂ। ਇੱਕ ਸੰਧੂ ਸਾਹਿਬ ਉਹਨਾਂ ਦਾ ਆਰੋਪ ਸੀ ਕਿ ਕਲੋਨਾਈਜ਼ਰ ਜਿਹੜੇ ਜਸਕਰਨ ਸੰਧੂ ਜੀ ਨੇ ਉਹ ਆਪ ਡਿਫਾਲਟਰ ਨੇ। ਇਸ ਪਿੱਛੇ ਇਸ ਐਸੋਸੀਏਸ਼ਨ ਨੂੰ ਵੱਖਰੇ ਤੌਰ ਤੇ ਅਸੀਂ ਚਲਾ ਰਹੇ ਹਾਂ ਪਿਛਲੇ 7 ਸਾਲਾਂ ਤੋਂ। ਮੇਰਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਡਿਫਾਲਟਰ ਦੀ, ਉਹ ਮੇਰਾ ਆਲਰੇਡੀ ਕੇਸ ਮੇਰਾ ਬਿਜਲੀ ਬੋਰਡ ਦੇ ਨਾਲ ਕੇਸ ਚੱਲ ਰਿਹਾ ਵਾ। ਮੈਂ ਬਿਜਲੀ ਬੋਰਡ ਕੋਲ ਪੈਸੇ ਲੈਣੇ ਆ। ਮੈਂ ਪਿਛਲੇ ਫਰਾਈਡੇ ਵੀ ਮੈਂ SC ਨੂੰ ਮਿਲ ਕੇ ਆਇਆ, ਚੀਫ ਨੂੰ ਮਿਲ ਕੇ ਆਇਆ, SDO ਨੂੰ ਮਿਲ ਕੇ ਆਇਆ ਵੀ ਮੇਰੇ ਦੱਸੋ ਕੀ ਸਾਰਾ ਸਿਸਟਮ ਹੈਗਾ, ਮੇਰੇ ਪੈਸੇ ਮੇਰੇ ਬਿੱਲ ਦੇ ਵਿੱਚ ਰਜਿਸਟਰ ਕੀਤੇ ਜਾਣ ਤੇ ਜਿਹੜੇ ਮੇਰੇ ਪੈਸੇ ਬਚਦੇ ਆ ਮੈਨੂੰ ਵਾਪਸ ਕੀਤੇ ਜਾਣ। ਸੈਕੰਡਲੀ ਇਹ ਲੋਕੀ ਜਿਹੜੇ ਆ ਲੋਕਾਂ ਨੂੰ ਡਾਈਵਰਟ ਕਰਨ ਰਹੇ ਨੇ, ਜਦੋਂ ਕਿ 7 ਸਾਲ ਹੋ ਗਏ ਨੇ ਇਹਨਾਂ ਨੇ ਕੁਝ ਨਹੀਂ ਕੀਤਾ ਕਲੋਨੀ ਦੇ ਵਾਸਤੇ, ਕੁਝ ਨਹੀਂ ਕੀਤਾ। ਇਹਨਾਂ ਨੇ ਕਦੀ ਇਲੈਕਟ੍ਰਿਸਿਟੀ ਦੀ ਜਿਹੜੀ ਚਾਰਜ ਆਪਾਂ ਸਟਰੀਟ ਲਾਈਟ ਦਾ ਕਰਦੇ ਕਦੀ ਉਹਦੀ ਕੰਟਰੀਬਿਊਸ਼ਨ ਦਿੱਤੀ ਇਹਨਾਂ ਨੇ? ਨਹੀਂ ਦਿੱਤੀ। ਇਹ ਆਲਰੇਡੀ ਡਿਫਾਲਟਰ ਹੈਗੇ ਨੇ ਸਾਰੇ। ਇਹ ਬਦਮਾਸ਼ੀ ਕਰਦੇ ਨੇ। ਇਹ ਕਲੋਨੀ ਦੇ ਵਿੱਚ ਕੰਮਾਂ ਜਿੱਥੇ ਕਲੋਨੀ ਦਾ ਕੰਮ ਹੈਗਾ ਉੱਥੇ ਇਹ ਆਣ ਕੇ ਇੰਟਰਫੀਅਰ ਕਰਦੇ ਨੇ। ਤੁਹਾਨੂੰ ਇਸ ਗੱਲ ਦਾ ਪਤਾ ਹੋਊਗਾ, ਇੱਕ ਉਹ ਸੀਗਾ ਜਿਹੜਾ ਆਪਣਾ ਕੀ ਹੈਗਾ ਸੀਗਾ ਜੀ, ਉਹ ਥਾਂ ਅਸੀਂ ਵੇਚਿਆ ਸੀਗਾ, ਉੱਥੇ ਆਣ ਕੇ ਇਹ ਖਲੋ ਗਏ। ਬਾਅਦ ਦੇ ਵਿੱਚ ਇਹਨਾਂ ਨੇ ਉਹ ਥਾਂ ਲਿਖਾ ਲਿਆ ਵੀ ਸੰਧੂ ਨੂੰ ਕੰਮ ਨਹੀਂ ਕਰਨ ਦੇਣਾ,
ਅਸੀਂ ਕਰਵਾ ਲਾਂਗੇ, ਸਾਡੇ ਕੋਲ ਮਸਲ ਪਾਵਰ ਹੈਗੀ ਆ। ਜਿਸ ਤਰ੍ਹਾਂ ਕਿ ਅਸੀਂ ਪਹਿਲੇ ਧਿਰ ਨੂੰ ਵੀ ਦੇਖਿਆ, ਉਹਨਾਂ ਨੇ ਆਰੋਪ ਲਗਾਇਆ, ਔਰ ਅਸੀਂ ਦੂਸਰੇ ਧਿਰ ਨੂੰ ਵੀ ਦੇਖਿਆ, ਉਹਨਾਂ ਨੇ ਵੀ ਆਰੋਪ ਲਗਾਇਆ। ਚੁਣਾਵ ਜਿਹੜੇ ਹੈ ਉਹ ਦੋ ਹਿੱਸਿਆਂ 'ਚ ਵੰਡੇ ਗਏ ਨੇ। ਪਹਿਲਾ ਹਿੱਸਾ ਇਹ ਹੈ ਕਿ 27 ਤਰੀਕ ਨੂੰ ਵਰਿੰਦਾਵਨ ਗਾਰਡਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਡੇਟ ਅਨਾਉਂਸ ਕਰ ਦਿੱਤੀ ਗਈ ਹੈ, ਔਰ ਦੂਸਰਾ ਐਲੀਟ ਕੰਪਨੀ ਦੇ MD ਜਸਕਰਨ ਸਿੰਘ ਸੰਧੂ ਦੀ ਕੋਰਟ ਵੱਲੋਂ 4 ਜੁਲਾਈ ਦੀ ਜਿਹੜੀ ਅਨਾਉਂਸ ਆਲਰੇਡੀ ਪਹਿਲੇ ਹੀ ਅਨਾਉਂਸ ਕਰ ਦਿੱਤੀ ਗਈ ਸੀ। ਲੇਕਿਨ ਦੇਖਣਾ ਬਾਕੀ ਇਹ ਹੋਏਗਾ ਕਿ ਆਖਿਰ ਇਸ ਐਸੋਸੀਏਸ਼ਨ ਤੇ ਕਾਬਜ਼ ਕੌਣ ਹੁੰਦਾ ਹੈ, ਕਿਹੜੇ ਚੁਣਾਵਾਂ ਨੂੰ ਮਾਨਤਾ ਮਿਲਦੀ ਹੈ, ਇਹ ਦੇਖਣਾ ਬਾਕੀ ਹੋਏਗਾ। ਮੈਂ ਰਾਜੇਸ਼ ਅਰੋੜਾ, ਕੈਮਰਾਮੈਨ ਜਤਿਨ ਦੇ ਨਾਲ, ਪਬਲਿਕ ਦਿਲਾਸਾ ਚੈਨਲ, ਅੰਮ੍ਰਿਤਸਰ।